ਕਰਹੁ ਕਿਰਪਾ ਸਰਬ ਕੀਰਤਾ ਤੇ ਏਕ ਰੂਪ ਨਿਰਲਾਭਹੁ। ਨਾਨਕ ਕੀ ਬੇਨੰਤੀ ਹਰ ਕਹੀ ਆਪਣਾ ਨਾਮ ਜਪਾਵਹੁ। ਨਾਮ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਭੁਗਤਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿਨ ਤੂ ਨਾਹੀ ਵਿਸਰਿਆ। ਮੂਕ ਉਚਰੈ ਸ਼ਾਸਤਰ ਖਟ, ਸਿੰਘ ਗਿਰਨ ਚੜ ਜਾਏ। ਅੰਧ ਲਖੈ ਬਦਲੋ ਸੁਨੈ, ਜੋ ਕਾਲ ਕਿਰਪਾ ਕਰਾਈ। ਬੇਸ਼ੁਮਾਰ ਅਥਾਹ ਅਗਣਿਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ। ਮਨ ਤੇ ਪੈ ਪਉ ਦੂਰ ਪਰਾਇਓ, ਲਾਲ ਦਿਆਲ ਗੁਲਾਲ ਲਾਡਲੇ। ਸਹਿਜ ਸਹਿਜ ਗੁਣ ਗਾਇਓ, ਮਨ ਤੇ ਪੈ ਪਉ ਦੂਰ ਪਰਾਇਓ। ਲਾਲ ਦਿਆਲ ਗੁਲਾਲ ਲਾਡਲੇ, ਸਹਿਜ ਸਹਿਜ ਗੁਣ ਗਾਇਓ। ਰਖਾਓ ਗੁਰ ਬਚਨਾਤ ਕਮਾਤ ਕਿਰਪਾ ਤੇ, ਬੋਹਰ ਨਾ ਕਤਹੂ ਧਾਇਓ। ਰਹਿਤ ਉਪਾਦ ਸਮਾਦ ਸੁਖ ਆਸਣ, ਭਗਤ ਵਛਲ ਗ੍ਰਹਿ ਪਾਇਓ। ਨਾਦ ਵਿਨੋਦ ਕੋੜ ਆਨੰਦਾ, ਸਹਜੇ ਸਹਿਜ ਸਮਾਇਓ। ਕਰਨਾ ਆਪ ਕਰਾਵਣ ਆਪੇ, ਕਹੋ ਨਾਨਕ ਆਪ ਅਪਾਇਓ। ਨਾਦ ਵਿਨੋਦ ਕੋੜ ਆਨੰਦਾ, ਸਹਜੇ ਸਹਿਜ ਸਮਾਇਓ। ਕਰਨਾ ਆਪ ਕਰਾਵਣ ਆਪੇ, ਕਹੋ ਨਾਨਕ ਆਪ ਅਪਾਇਓ। ਸਾਰਗ ਮਹੱਲਾ ਪੰਜਵਾ। ਮਨ ਤੇ ਪੈ ਪਉ ਦੂਰ ਪਰਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਤਖਤ ਜਬਰ ਸਦਰ ਦੇ ਮਾਲਕ, ਜੁਗ ਜੁਗ ਅਟਲ, ਪਤਨ ਪਾਵਨ ਭਗਤ ਵਛਲ, ਕਰੁਣਾ ਨਿਧਾਨ ਅੰਤਰਜਾਮੀ। ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ, ਗੁਰੂ ਰੂਪ ਖਾਲਸਾ ਸਾਧ ਸੰਗਤ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਦਇਆ ਸਦਕਾ ਅੰਮ੍ਰਿਤ ਵੇਲੇ ਦਾ ਦੀਵਾਨ ਸਾਜ ਰਿਹਾ ਹੈ। ਸਜੇ ਹੋਏ ਦੀਵਾਨ ਵਿੱਚ
ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਪੰਜ ਬਾਣੀਆਂ ਦਾ ਪਾਠ ਹੋਇਆ। ਆਪ ਜੀ ਨੇ ਗੁਰੂ ਚਰਨਾਂ ਅੰਦਰ ਪਹੁੰਚ ਕੇ ਸਤਿਗੁਰੂ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ, ਆਨੰਦ ਮਾਣਿਆ ਹੈ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਗੁਰਬਾਣੀ ਦੀ ਕਥਾ ਦਾ ਸਮਾਂ ਹੋਇਆ ਹੈ। ਮਨ ਚਿੱਤ ਦਰਦੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਨਾਲ ਜੁੜੀਏ। ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ। ਮਨ ਤੇ ਪੈ ਕੋ ਤੂਰ ਪਰਾਇਓ। ਸਾਧ ਸੰਗਤ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰ ਤਾਜ ਬਾਣੀ ਕੇ ਬੋਧਿਤ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਰੰਗ ਰਾਗ ਅੰਦਰ ਉਪਦੇਸ਼ ਬਖਸ਼ਦੇ ਹਨ। ਮਨ ਦੇ ਭੈ ਭਉ ਦੂਰ ਕਰਾਇਓ। ਮਨ ਉਤੋਂ ਜੋ ਦੁਨੀਆ ਦਾ ਭੈ ਸੀ, ਇਹ ਸਾਰਾ ਹੀ ਸਹਿਮ ਦੂਰ ਹੋ ਗਿਆ। ਜੋ ਮਨ ਵਿੱਚ ਇਹ ਭੈ ਬਣਿਆ ਹੋਇਆ ਸੀ ਕਿ ਜਨਮ ਦਰ ਜਨਮ ਜੀਵ ਸੰਸਾਰ ਦੇ ਅੰਦਰ ਬੇਅੰਤ ਹੀ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ। ਪਰਮਾਤਮਾ ਤੋਂ ਵਿਛੜਨ ਕਰਕੇ ਕੁੰਡੀ ਨਰਕਾਂ ਵਿੱਚ ਪੈ ਕਰਕੇ ਸਜ਼ਾ ਭੋਗਦਾ ਹੈ। ਇਸ ਤਰ੍ਹਾਂ ਜਿਹੜਾ ਮਨ ਦੇ ਵਿੱਚ ਪਰਲੋਕ ਦਾ ਭੈ ਸੀ, ਸੰਸਾਰ ਦਾ ਭੈ ਸੀ, ਇਹ ਸਾਰਾ ਹੀ ਦੂਰ ਹੋ ਗਿਆ। ਵਿਦਵਾਨਾਂ ਨੇ 7 ਤਰ੍ਹਾਂ ਦਾ ਡਰ ਮੰਨਿਆ। ਯਹ ਭੈ ਪਰਲੋਕ ਭੈ, ਜਨਮ ਵੇਦਨਾ ਜਾਤ, ਅਣ ਰੱਖਿਆ ਅਣਸਖਤ ਭੈ। ਕਹਿੰਦੀ ਇੱਕ ਤਾਂ ਸੰਸਾਰ ਦਾ ਭੈ ਹੋਣਾ। ਸੰਸਾਰ ਦੇ ਵਿੱਚ ਵੱਡਾ ਮਨੁੱਖ ਛੋਟੇ ਨੂੰ ਡਰਾ ਲੈਂਦਾ ਹੈ। ਇਸ ਤਰ੍ਹਾਂ ਜਿਹੜਾ ਤਾਕਤਵਰ ਹੈ ਉਹ ਕਮਜ਼ੋਰ ਨੂੰ ਡਰਾ ਦਿੰਦਾ ਹੈ। ਪਰਲੋਕ ਦਾ ਭੈ ਹੈ, ਕਈ ਤਰ੍ਹਾਂ ਦਾ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ। ਇਸ ਤਰ੍ਹਾਂ ਹੀ ਜਦੋਂ ਜੀਵ ਦਾ ਜਨਮ ਹੁੰਦਾ ਹੈ, ਉਸ ਸਮੇਂ ਮਾਤਾ ਦੇ ਗਰਭ ਵਿੱਚ ਕਈ ਤਰ੍ਹਾਂ ਦੇ ਦੁੱਖ ਸਹਿਣਾ ਪੈਂਦੇ ਹਨ। ਇਸੇ ਤਰ੍ਹਾਂ ਹੀ ਸਾਧ ਸੰਗਤ ਜਾਤ ਦਾ ਭੈ ਹੁੰਦਾ ਹੈ। ਕਿਸੇ ਖਾਸ ਜਾਤ ਨੂੰ ਭੈ ਮਿਲ ਜਾਣਾ। ਜਿਵੇਂ ਔਰੰਗਜ਼ੇਬ ਨੇ ਹਿੰਦੂ ਜਾਤ ਦੇ ਲੋਕਾਂ ਨੂੰ ਭੈ ਦਿੱਤਾ ਕਿ ਜਾਂ ਤਾਂ ਮੁਸਲਮਾਨ ਬਣ ਜਾਓ ਜਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ। ਇਸ ਤਰ੍ਹਾਂ ਕਿਸੇ ਖਾਸ ਜਾਤ ਨੂੰ ਭੈ ਬਣ ਜਾਣਾ। ਅਣ ਰੱਖਿਆ ਅਣਸਖਤ ਭੈ, ਕਹਿੰਦੇ ਇੱਕ ਤਾਂ ਜਿੱਥੇ ਕੋਈ ਰੱਖਿਆ ਨਾ ਕਰ ਸਕੇ, ਇੱਕ ਉਹ ਭੈ ਜਿਹੜਾ ਮਨ ਦੇ ਅੰਦਰ ਗੁਪਤ ਵਸਦਾ ਹੈ। ਇਸ ਤਰ੍ਹਾਂ ਜਿਹੜੇ ਇਹ ਵਿਦਵਾਨਾਂ ਨੇ 7 ਤਰ੍ਹਾਂ ਦੇ ਭੈ ਮੰਨੇ ਹਨ। ਸਤਿਗੁਰੂ ਮਹਾਰਾਜ ਕਹਿੰਦੇ ਜਿਸ ਸਮੇਂ
ਵਾਹਿਗੁਰੂ ਨੇ ਅਪਾਰ ਕਿਰਪਾ ਰਹਿਮਤ ਕੀਤੀ ਤੇ ਮਨ ਦੇ ਉੱਪਰੋਂ ਇਹ ਦੁਨੀਆ ਦਾ ਪਰਲੋਕ ਦਾ ਜਿੰਨਾ ਭੈ ਸੀ ਸਾਰਾ ਹੀ ਖਤਮ ਹੋ ਗਿਆ। ਡੱਡਾ ਡਰ ਉਪਜੇ ਡਰ ਜਾਈ, ਤਾ ਡਰ ਮਹਿ ਡਰ ਰਹਿਆ ਸਮਰ। ਜਦੋਂ ਹਿਰਦੇ ਵਿੱਚ ਪਰਮਾਤਮਾ ਦਾ ਭੈ ਪੈਦਾ ਹੋ ਜਾਂਦਾ ਹੈ ਤਾਂ ਸਾਧ ਸੰਗਤ ਦੁਨੀਆ ਦਾ ਡਰ ਚਲਿਆ ਜਾਂਦਾ, ਕਿਉਂਕਿ ਵਾਹਿਗੁਰੂ ਦੇ ਡਰ ਕਰਕੇ ਭੈ ਕਰਕੇ ਹੋਰ ਸਾਰੇ ਹੀ ਭੈ ਖਤਮ ਹੋ ਜਾਂਦੇ, ਨਾਸ ਹੋ ਜਾਂਦੇ। ਜੀਵ ਸੰਸਾਰ ਅੰਦਰ ਵਿਚਰਦਿਆਂ ਕਈ ਤਰ੍ਹਾਂ ਦੇ ਕਰਮ ਕਰਦਾ ਹੈ, ਪਰ ਜੋ ਪਰਮਾਤਮਾ ਤੋਂ ਭੁੱਲ ਕਰਕੇ ਕੀਤੇ ਹੋਏ ਕਰਮ ਹਨ ਉਹਨਾਂ ਕਰਕੇ ਇਸ ਨੂੰ ਸੰਸਾਰ ਦੇ ਵਿੱਚ ਔਰ ਪਰਲੋਕ ਵਿੱਚ ਕਈ ਤਰ੍ਹਾਂ ਦੀਆਂ ਸਜ਼ਾਵਾਂ ਭੋਗਣੀਆਂ ਪੈਂਦੀਆਂ ਨੇ। ਖਸਮ ਵਿਸਾਰ ਕੀਏ ਰਸ ਭੋਗ, ਤਾ ਕੰਨ ਉੱਠ ਹੋਏ ਰੋਗ। ਜਦੋਂ ਵਾਹਿਗੁਰੂ ਦਾ ਭੈ ਹਿਰਦੇ ਵਿੱਚ ਪੈਦਾ ਹੋ ਜਾਵੇ ਕਿ ਇਹ ਮਨਾ ਤੂੰ ਸੰਸਾਰ ਅੰਦਰ ਵਾਹਿਗੁਰੂ ਦੀ ਬੰਦਗੀ ਕਰਨ ਵਾਸਤੇ ਹੈ, ਜੇ ਤੂੰ ਸਤ ਸੰਗਤ ਨਾ ਕੀਤੀ, ਗੁਰੂ ਦਾ ਹੁਕਮ ਨਾ ਮੰਨਿਆ, ਨਾਮ ਨਾ ਜਪਿਆ ਤੇ ਅੱਗੇ ਜਾ ਕੇ ਦੁਖੀ ਹੋਵੇਗਾ, ਤੇਰੇ ਕੋਲ ਲੇਖਾ ਲਿਆ ਜਾਵੇਗਾ। ਇਸ ਤਰ੍ਹਾਂ ਆਪਣੇ ਮਨ ਵਿੱਚ ਗੁਰੂ ਦਾ ਭੈ ਪੈਦਾ ਕਰਨਾ, ਜੋ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਅੰਦਰ ਸਾਨੂੰ ਬਚਨ ਕੀਤਾ ਹੈ, ਹਰ ਜਸ ਰੇ ਮਨਾ ਗਾਇਂਦਾ ਜੋ ਸੰਗੀ ਹੈ ਤੇਰੇ। ਰਾਮ ਸਿਮਰ ਪਛਤਾਹੇਗਾ ਮਨ, ਵਾਰ ਵਾਰ ਗੁਰਬਾਣੀ ਅੰਦਰ ਸਾਨੂੰ ਸਤਿਗੁਰੂ ਚੋਟ ਮਾਰਦੇ ਨੇ। ਮਨ ਦੇ ਕੌਣ ਕਮਤ ਤੈ ਲੀਨੀ, ਪਰ ਤਾਰਾ ਨਿੰਦਿਆ ਰਸ ਰਜਿਓ, ਰਾਮ ਭਗਤ ਹੈ ਕੀਨੀ। ਇਸ ਤਰ੍ਹਾਂ ਜਦੋਂ ਆਪਣੇ ਮਨ ਨੂੰ ਚੋਟ ਮਾਰਨੀ ਅਤੇ ਅੰਦਰ ਗੁਰੂ ਦਾ ਭੈ, ਪਰਮਾਤਮਾ ਦਾ ਭੈ ਪੈਦਾ ਕਰ ਲੈਣਾ, ਪਰਮਾਤਮਾ ਦੇ ਭੈ ਕਰਕੇ ਜੋ ਮਨ ਹੈ ਸਾਧ ਸੰਗਤ ਇਹ ਬੁਰਾਈਆਂ ਤੋਂ ਬਚ ਜਾਂਦਾ ਹੈ, ਰੁਕ ਜਾਂਦਾ ਹੈ। ਤੇ ਜਿਹੜਾ ਮਨ ਬੁਰੇ ਕੰਮ ਨਹੀਂ ਕਰੇਗਾ, ਰੁਕ ਜਾਵੇਗਾ, ਗੁਰੂ ਦੇ ਹੁਕਮ ਨੂੰ ਮੰਨੇਗਾ, ਸਤ ਸੰਗਤ ਕਰੇਗਾ, ਜਦੋਂ ਅਸੀਂ ਨਾਮ ਜਪਾਂਗੇ ਤਾਂ ਉਹ ਮਨ ਸਵਾਰਿਆ ਜਾਂਦਾ ਹੈ, ਉਸ ਮਨ ਦੇ ਕਰਮ ਵੀ ਸਵਾਰੇ ਜਾਂਦੇ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਹਨ, ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਭੈ ਪੈਦਾ ਹੋ ਜਾਂਦਾ ਹੈ ਨਾ, ਉਹਨੂੰ ਫਿਰ ਦੁਨੀਆ ਦਾ ਭੈ ਨਹੀਂ ਕੁਝ ਕਰਦਾ, ਉਹ ਫਿਰ ਨਿਡਰ ਹੋ ਜਾਂਦੇ ਹਨ। ਉਹਨਾਂ ਨੂੰ ਸਮਝ ਪੈ ਜਾਂਦੀ ਹੈ ਕਿ ਸਾਰਾ ਸੰਸਾਰ ਹੀ ਉਸ ਵਾਹਿਗੁਰੂ ਦੇ ਹੁਕਮ ਵਿੱਚ ਹੈ, ਉਸ ਪਰਮਾਤਮਾ ਦੇ ਭੈ ਵਿੱਚ ਹੈ, ਤੇ ਗੁਰਮੁਖ ਨਿਰਭੈ ਹੋ ਜਾਂਦੇ। ਇਸ ਲਈ ਮਹਾਰਾਜ ਸਾਨੂੰ ਬਚਨ ਕਰਦੇ ਹਨ, ਰੇ ਮਨ ਕੋਟ ਲੇਹੋ ਹਰ ਨਾਮਾ, ਜਾ ਕੇ ਸਿਮਰਨ ਦੁਰਮਤ ਨਾਸੈ, ਪਾਵੈ ਪਦ ਨਿਰਬੰਨ। हे ਮਨਾ, ਤੂੰ ਪਰਮਾਤਮਾ ਵਾਹਿਗੁਰੂ ਦੀ ਓਟ ਲੈਣਾ ਕਰ, ਆਸਰਾ ਲੈਣਾ ਕਰ। ਜਿਸ ਵਾਹਿਗੁਰੂ ਦੀ ਸਿਮਰਨ ਕਰਕੇ ਮਨ ਅੰਦਰੋਂ ਭੈੜੀ ਮੱਤ, ਵਿਸ਼ੇ ਵਿਕਾਰਾਂ ਵਾਲੀ ਮੱਤ, ਸੰਸਾਰ ਵਿੱਚ ਲਾਉਣ ਵਾਲੀ ਮੱਤ ਖਤਮ ਹੋ ਜਾਂਦੀ ਹੈ ਔਰ ਨਿਰਵਾਣ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਨਿਰਵਾਣ ਪਦਵੀ ਕਹਿੰਦੇ ਨੇ ਬੰਧਨਾਂ ਤੋਂ ਰਹਿਤ, ਮਾਇਆ ਦੇ ਮੋਹ ਜੰਜਾਲਾਂ ਤੋਂ ਰਹਿਤ ਜੀਵਨ ਬਤੀਤ ਕਰਨਾ। ਬੜ ਭਾਗੀ ਤੇ ਜਗ ਕਉ ਜਾਨੋ, ਜੋ ਹਰਿ ਕੀ ਗੁਣ ਗਾਵੇ। ਬੜ ਭਾਗੀ ਤੇ ਜਨ ਕਉ ਜਾਨੋ, ਉਸ ਮਨੁੱਖ ਨੂੰ ਵੱਡਿਆਂ ਭਾਗਾਂ ਵਾਲਾ ਜਾਣੋ ਜੋ ਪਰਮੇਸ਼ਰ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਂਦਾ ਹੈ, ਵਾਹਿਗੁਰੂ ਦੀ ਸਿਫਤ ਕਰਦਾ ਹੈ। ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਕੀ ਹੁੰਦਾ ਹੈ? ਮਾਰੇ ਕਹਿੰਦੇ ਜਨਮ ਜਨਮ ਕੀ ਪਾਪ ਹੋਏ ਗਏ,
ਹਰ ਵੈਕੁੰਠ ਸਦਾ। ਜਨਮਾਂ ਜਨਮਾਂ ਦੀ ਪਾਪ ਨਾਸ ਹੋ ਜਾਂਦੀ ਤੇ ਉਹ ਸਾਧ ਸੰਗਤ ਸੱਚਖੰਡ ਵਿੱਚ ਜਾ ਕੇ ਵਸ ਜਾਂਦਾ। ਉਸ ਦਾ ਪਰਮਾਤਮਾ ਦੇ ਚਰਨਾਂ ਵਿੱਚ ਵਾਸਾ ਹੋ ਜਾਂਦਾ ਹੈ। ਅਜਾ ਮਲ ਕੋ ਅੰਤ ਕਾਲ ਮਹਿ ਨਾਰਾਇਣ ਸੁਧ ਆਈ, ਜਾ ਸਤ ਕੋ ਜੋ ਕੀਸਰ ਬਾਚਤ ਸੋ ਗਤ ਸਿਨ ਮਹਿ ਪਾਈ। ਨਾਹਿਨ ਗੁਣ ਨਾਹਿਨ ਕਸ ਜਪ ਤਪ, ਧਰਮ ਕੌਣ ਗੱਜ ਕੀਨਾ। ਮਾਰੇ ਕਹਿੰਦੇ ਜਿਹੜਾ ਗੱਜ ਹਾਥੀ ਸੀ, ਐਰਾਵਤ ਹਾਥੀ ਜਿਸ ਨੂੰ ਤਕੋਏ ਨੇ ਫੜ ਲੈਣਾ ਕੀਤਾ, ਔਰ ਵਾਹਿਗੁਰੂ ਨੇ ਆਪਣੇ ਮਿਹਰ ਦੇ ਨਾਲ ਉਸ ਨੂੰ ਛੁਡਾ ਲੈਣਾ ਕੀਤਾ। ਨਾਹਿਨ ਗੁਣ ਨਾਹਿਨ ਕਛ ਵਿਦਿਆ, ਧਰਮ ਕੌਣ ਗੱਜ ਕੀਨਾ। ਨਾਨਕ ਬਿਰਦ ਰਾਮ ਕਾ ਦੇਖੋ, ਅਪੈ ਪਾਦ ਅਪੈ ਦਾਨ ਤੇ ਦੀਨਾ। ਸਤਿਗੁਰੂ ਬਚਨ ਕਰਦੇ ਵੇਖੋ, ਉਸ ਇੱਕ ਹਾਥੀ ਨੇ ਪਰਮਾਤਮਾ ਨੂੰ ਮੁਸ਼ਕਲ ਦੇ ਸਮੇਂ ਵਿੱਚ ਸਿਮਰਨਾ ਕੀਤਾ, ਪਰ ਵਾਹਿਗੁਰੂ ਪਰਮਾਤਮਾ ਦਾ ਇਹ ਬਿਰਦ ਹੈ, ਜੋ ਵੀ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਹੈ ਉਸ ਦੀ ਰੱਖਿਆ ਹੁੰਦੀ ਹੈ। ਇਸ ਲਈ ਸਤਿਗੁਰੂ ਸਾਨੂੰ ਬਚਨ ਕਰਦੇ, ਰੇ ਮਨ ਓਟ ਦੇਹੋ ਹਰ ਨਾਮਾ, ਜਾ ਕੇ ਸਿਮਰਨ ਪਰਮਤ ਪਦ ਨਾਸੈ, ਪਾਵੈ ਪਦ ਨਿਰਵਾਣ। ਉਸ ਪਰਮਾਤਮਾ ਦਾ ਭਾਈ ਆਸਰਾ ਲੈਣਾ ਚਾਹੀਦਾ। ਮਨ ਤੇ ਭੈ ਪਉ ਦੂਰ ਪਰਾਇਓ। ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਏ, ਸਿਫਤ ਕੀਤੀ, ਉਹਨਾਂ ਦੇ ਮਨਾਂ ਤੋਂ ਪਰਮੇਸ਼ਰ ਵਾਹਿਗੁਰੂ ਨੇ ਜਿਹੜਾ ਦੁਨੀਆ ਦਾ ਭੈ ਸੀ, ਡਰ ਸਹਿਮ ਸੀ, ਪਰਲੋਕ ਦਾ ਭੈ ਸੀ, ਸਾਰਾ ਹੀ ਦੂਰ ਕਰ ਦਿੱਤਾ। ਲਾਲ ਦਇਆਲ ਗੁਲਾਲ ਲਾਡਲੇ, ਸਹਿਜ ਸਹਿਜ ਗੁਣ ਗਾਇਓ। ਜਦੋਂ ਲਾਲ ਜੋ ਪਰਮੇਸ਼ਰ ਵਾਹਿਗੁਰੂ ਪਿਆਰਾ ਹੈ, ਦਇਆਲ ਦਇਆ ਦਾ ਘਰ ਹੈ, ਗੁਲਾਲ ਭਗਤੀ ਰੂਪ ਗੂੜਾ ਰੰਗ ਚਲੂਲਾ ਰੰਗ ਮਨ ਨੂੰ ਚੜ੍ਹਨ ਵਾਲਾ, ਲਾਡਲੇ ਔਰ ਆਨੰਦ ਸਹਿਤ ਭੋਗ ਕਰਾਉਣ ਵਾਲਾ, ਸਾਰੇ ਆਨੰਦ ਦੇਣ ਵਾਲੇ। ਸਹਿਜ ਸਹਿਜ ਗੁਣ ਗਾਇਓ। ਸਹਿਜ ਸੁਤੇ ਸਹਿਜੇ ਗਿਆਨ ਅਵਸਥਾ ਵਿੱਚ ਸ਼ਾਂਤੀ ਦੇ ਨਾਲ ਜਦੋਂ ਅਸੀਂ ਪਰਮਾਤਮਾ ਦੇ ਗੁਣ ਗਾਉਣਾ, ਹੁਣ ਅਸੀਂ ਵੀ ਪਰਮਾਤਮਾ ਦੇ ਗੁਣ ਗਾਉਂਦੇ, ਪਰ ਸਾਧ ਸੰਗਤ ਭਗਤ ਕਬੀਰ ਜੀ ਕਹਿੰਦੇ, ਹਰ ਕਾ ਵਿਲੋਵਨਾ ਵਿਲੋਵੋ ਮੇਰੇ ਭਾਈ, ਸਹਿਜ ਵਿਲੋਵੋ ਜੈਸੇ ਤਤ ਨਾ ਚਲੇ। ਇਸ ਤਰ੍ਹਾਂ ਪਰਮਾਤਮਾ ਦੀ ਸਿਫਤ ਕਰੋ ਕਿ ਤੁਹਾਨੂੰ ਅੰਦਰੋਂ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਉਸ ਤੱਤ ਦੇ ਨਾਲ, ਸਿਧਾਂਤ ਦੇ ਨਾਲ ਜੋ ਸਾਰੇ ਸੰਸਾਰ ਦਾ ਅਖੀਰ ਹੈ, ਸਿਧਾਂਤ ਹੈ, ਤੱਤ ਰੂਪ ਹੈ, ਮਿਲਾਪ ਹੋ ਜਾਵੇ। ਜਿਵੇਂ ਦਹੀਂ ਰੜਕੀ ਦਾ ਹੈ, ਸਹਿਜੇ ਸਹਿਜੇ ਫਿਰ ਮੱਖਣ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਜਿਹੜੇ ਗੁਰਮੁਖ ਨੇ ਸਹਿਜ ਅਵਸਥਾ ਦੇ ਵਿੱਚ ਆਪਣੇ ਜੀਵਨ ਅੰਦਰ ਗਿਆਨ ਅਵਸਥਾ ਦੇ ਵਿੱਚ ਸੁੱਤੇ ਸਤ ਵਾਹਿਗੁਰੂ ਦੇ ਗੁਣ ਗਾਉਂਦੇ। ਇਸ ਤਰ੍ਹਾਂ ਹੀ ਮਾਲਕ ਕਹਿੰਦੇ ਅਸੀਂ ਪਰਮੇਸ਼ਰ ਦੇ ਗੁਣ ਗਾਏ ਹਨ। ਰਹਾਉ ਗੁਰ ਬਚਨਾਤ ਕਮਾਤ ਕਿਰਪਾ ਤੇ, ਗੌਰ ਨਾ ਕਟੋ ਧਾਇਓ। ਵਿਸ਼ਰਾਮ ਦੇ ਕੇ ਬਦਨ ਕਰਦੇ ਸਤਿਗੁਰੂ, ਗੁਰ ਬਚਨਾਤ ਕਮਾਤ ਕਿਰਪਾ। ਜਦੋਂ ਗੁਰੂ ਸਾਹਿਬਾਂ ਦੇ ਬਚਨਾਂ ਨੂੰ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਮਾਉਣਾ ਕੀਤਾ। ਹੁਣ ਸਾਨੂੰ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਅੰਦਰ ਸਾਰੇ ਬਚਨ ਹੀ ਕੀਤੇ, ਉਪਦੇਸ਼ ਹੀ ਦਿੱਤਾ। ਗੁਰ ਕਾ ਬਚਨ
बसै जिय नाले जल नहीं डूबै तस्कर नहीं लेवै भारे ना सकै ਜਿਹਦੇ ਤੇ ਕਿਰਪਾ ਹੋ ਗਈ ਉਸਨੇ ਬਚਨ ਕਮਾਏ। ਉਹਨੇ ਸੁਣਨਾ ਵੀ ਕੀਤਾ, ਉਹਨੇ ਧਿਆਨ ਦੇ ਨਾਲ ਸੁਣ ਕੇ ਫਿਰ ਮੰਨਿਆ ਵੀ, ਆਪਣੇ ਜੀਵਨ ਵਿੱਚ ਧਾਰਨ ਕੀਤਾ। ਗੁਰੂ ਦਾ ਬਚਨ ਕੀ ਹੈ? ਸਤਿਗੁਰੂ ਮਹਾਰਾਜ ਕਹਿੰਦੇ ਜਿੱਥੈ ਨਾਮ ਜਪੀਐ ਕਿਆ ਪ੍ਰਭ ਪਿਆਰੇ ਸੇ ਅਸਥਿਰ ਹੋਇ ਨ ਚੌਬਾਰੇ। ਜਿੱਥੈ ਨਾਮ ਨ ਜਪੀਐ ਮੇਰੇ ਗੋਇੰਦਾ ਸੇ ਨਗਰ ਉਜਾੜੀ ਜੀਉ। हे ਭਾਈ, ਜਿੱਥੇ ਪਰਮਾਤਮਾ ਦਾ ਨਾਮ ਜਪਿਆ ਜਾਂਦਾ, ਉਹ ਭਾਵੇਂ ਕੋਈ ਬਾਹਰੀ ਥਾਂ ਹੈ, ਘਰ-ਬਾਰ, ਤੇ ਭਾਵੇਂ ਸਾਡਾ ਸਰੀਰ ਲਾ ਲਈਏ, ਸਾਡਾ ਹਿਰਦਾ ਲਾ ਲਈਏ, ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਆਸਥਿਰ ਸੋਇ ਨ ਚੌਬਾਰੇ। ਉਹ ਭਾਵੇਂ ਕੱਚੇ ਘਰ ਹੋਣ, ਭਾਵੇਂ ਪੱਕੇ ਮਹਿਲ ਹੋਣ, ਭਾਵੇਂ ਇਹ ਸਾਡਾ ਸਰੀਰ ਰੂਪ ਘਰ ਹੈ, ਉਹ ਸੋਭਾ ਵਾਲੇ ਹੋ ਜਾਂਦੇ, ਉਹਨਾਂ ਨੂੰ ਵਡਿਆਈ ਮਿਲਦੀ ਹੈ। ਜਿੱਥੇ ਨਾਮ ਨ ਜਪੀਐ ਮੇਰੇ ਗੋਇੰਦਾ ਸੇ ਨਗਰ ਉਜਾੜੀ ਜੀਉ। ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਹ ਥਾਂ ਉਜਾੜ ਵਾਲੀ, ਉਜਾੜੇ ਜਾਂਦੇ। ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਦੇਖਣ ਆਵੇ। ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਵਾਸਤੇ, ਗੁਰੂ ਦੀ ਪੂਜਾ ਕਰਨ ਵਾਸਤੇ ਗੁਰਸਿੱਖ ਹਿਰਦੇ ਵਿੱਚ ਭਾਵਨਾ ਲੈ ਕੇ ਆਉਂਦਾ। ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ। ਹਰ ਨਾਮ ਵਣੰਜਹਿ ਰੰਗ ਸਿਓ ਲਾਹਾ ਹਰ ਨਾਮ ਲੈ ਜਾਵੇ। ਫਿਰ ਸਤਿਗੁਰੂ ਜੀ ਉਹਨਾਂ ਨੂੰ ਦੱਸਦੇ ਨੇ, ਭਾਈ ਨਾਮ ਦਾ ਵਪਾਰ ਕਰੋ, ਨਾਮ ਜਪਿਆ ਕਰੋ। ਵਣਜ ਕਰੋ ਵਣਜਾਰੇ ਹੋ ਵਖਰ ਰਹੋ ਸੰਭਾਲ। ਤੈਸੀ ਵਸਤ ਵਿਸਾਹੀ ਹੈ ਜੈਸੀ ਨਿਧ ਹੈ ਨਾਲ। ਜਿਵੇਂ ਇੱਕ ਵਣਜਾਰਾ ਪ੍ਰਦੇਸ਼ ਵਿੱਚ ਜਾ ਕਰਕੇ ਵਪਾਰ ਕਰਦਾ ਹੈ ਤੇ ਸਾਧ ਸੰਗਤ ਉਸ ਨੂੰ ਆਪਣੀਆਂ ਵਸਤੂਆਂ ਦੇ ਬਦਲੇ ਕੁਝ ਲਾਭ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਹੈ ਜੀਵ ਤੂੰ ਵੀ ਇਸ ਸੰਸਾਰ ਨੂੰ ਪ੍ਰਦੇਸ਼ ਦੇ ਵਿੱਚ ਵਪਾਰ ਕਰਨ ਵਾਸਤੇ ਆਏ। ਜੋ ਤੂੰ ਆਪਣੇ ਸਵਾਸਾਂ ਨੂੰ, ਪੂੰਜੀ ਨੂੰ ਖਰਚ ਕਰਕੇ ਸੌਦਾ ਖਰੀਦੇਗਾ, ਉਹ ਸੌਦਾ ਤੇਰੇ ਨਾਲ ਜਾਵੇਗਾ। ਪਰ ਅੱਗੇ ਪਰਲੋਕ ਵਿੱਚ ਜੋ ਤੇਰੇ ਇਸ ਸੌਦੇ ਨੂੰ ਪਰਖਣ ਵਾਲਾ ਪਰਮੇਸ਼ਰ ਵਾਹਿਗੁਰੂ ਹੈ, ਜੋ ਤੂੰ ਸੰਸਾਰ ਵਿੱਚ ਕਰਕੇ ਜਾਵੇਗਾ ਉਸਨੇ ਦੇਖਣਾ, ਪਰਖਣਾ। ਫਿਰ ਦੇਖਿਆ ਜਾਵੇਗਾ ਕਿ ਇਹ ਸੱਚ ਦਾ ਵਪਾਰ ਕਰਕੇ ਆਇਆ ਜਾਂ ਝੂਠ ਨਾਲ ਗੰਢਾਂ ਪਾਈਆਂ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਧ ਹੈ ਨਾਲ। ਉਹ ਵਸਤੂ ਇਕੱਠੀ ਕਰਨਾ ਇਕੱਤਰ ਕਰੀਏ ਜਿਹੜੀ ਅੱਗੇ ਪਰਲੋਕ ਵਿੱਚ ਸਾਡੇ ਨਾਲ ਨਿਭਣ ਵਾਲੀ। ਅੱਗੇ ਸਾਹੋ ਸਜਾਨ ਹੈ ਲੈਸੀ ਵਸਤ ਸੋ। ਜਿਹੜਾ ਅੱਗੇ ਸ਼ਾਹੂਕਾਰ ਬੈਠਾ ਹੈ ਪਰਮਾਤਮਾ, ਉਹ ਬੜਾ ਸਿਆਣਾ ਹੈ। ਉਹ ਸਾਡੇ ਸਾਰੇ ਜਨਮ ਵਿੱਚ ਕੀਤੇ ਹੋਏ ਕਰਮਾਂ ਨੂੰ ਪਰਖਣ ਵਾਲਾ ਹੈ। ਔਰ ਜਿਸ ਨੇ ਨਾਮ ਰੂਪ ਧਨ ਇਕੱਠਾ ਕੀਤਾ ਹੋਵੇਗਾ, ਜਿਹਨੇ ਪਰਮਾਤਮਾ ਦੀ ਸਿਫਤ ਕੀਤੀ, ਗੁਣ ਗਾਏ, ਉਸਨੇ ਇਹ ਸੱਚ ਰੂਪ ਵਸਤੂ ਲੈ ਜਾਣਾ। ਉਹ ਗੁਰਮੁਖ ਹਨ। ਹਰ ਨਾਮ ਵਣੰਜਹਿ ਰੰਗ ਸਿਓ। ਰੰਗ ਕਹਿੰਦੇ ਪ੍ਰੇਮ ਦੇ ਨਾਲ। ਜਿਹੜੇ ਗੁਰਮੁਖ ਹਨ ਪ੍ਰੇਮ ਦੇ ਵਿੱਚ ਵਾਹਿਗੁਰੂ ਦਾ ਨਾਮ ਜਪਦੇ।
ਇਸ ਨਾਮ ਰੂਪ ਸੌਦੇ ਨੂੰ ਇਕੱਠਾ ਕਰ ਲੈਣਾ। ਲਾਹਾ ਹਰ ਨਾਮ ਲੈ ਜਾਵਹਿ, ਤੇ ਪ੍ਰਲੋਕ ਵਿੱਚ ਨਾਮ ਰੂਪ ਲਾਹੇ ਨੂੰ ਲੈ ਕੇ ਗਏ। ਗੁਰਸਿੱਖਾਂ ਕੇ ਮੁਖ ਉਜਰੇ, ਉਹਨਾਂ ਗੁਰਸਿੱਖਾਂ ਦੇ ਜਿਹੜੇ ਮੁਖ ਨੇ ਪ੍ਰਲੋਕ ਵਿੱਚ ਉਜਲੇ ਹੁੰਦੇ ਨੇ। ਹਰ ਦਰਗ ਹੈ ਭਾਵਹਿ, ਉਹ ਗੁਰਮੁਖ ਪ੍ਰਮਾਤਮਾ ਨੂੰ ਦਰਗਾਹ ਵਿੱਚ ਭਾ ਗਏ। ਸਤਿਗੁਰ ਬੋਲੇ ਹਰਿ ਨਾਮ ਕਾ, ਬੜ ਭਾਗੀ ਸੈਖ ਗੁਣ ਸਾਂਝ ਕਰਾਵਹਿ। ਸਤਿਗੁਰੂ ਮਹਾਰਾਜ ਜੀ ਹਰੀ ਪਰਮਾਤਮਾ ਦੇ ਨਾਮ ਦੇ ਕੋਮਲ ਨੇ। ਜਿਵੇਂ ਪਿਛਲੇ ਸਮਿਆਂ ਵਿੱਚ ਜਦੋਂ ਅਸੀਂ ਕੋਈ ਫਸਲ ਵੱਢਦੇ ਸਨ, ਉਸ ਦੇ ਢੇਰ ਲੱਗ ਜਾਂਦਾ। ਕਣਕ ਵੱਢੀ, ਉਸ ਦਾ ਢੇਰ ਲਾਇਆ ਜਾਂਦਾ, ਉਹਨੂੰ ਕਹਿੰਦੇ ਸਨ ਕੋਹਰ ਲਾ ਲਏ। ਇਸ ਤਰ੍ਹਾਂ ਗੁਰੂ ਸਾਹਿਬਾਂ ਕੋਲ ਨਾਮ ਨੂੰ ਕੋਹਰ ਹੈ, ਢੇਰ ਲੱਗਿਆ ਹੋਇਆ। ਇਹ ਵੱਡਿਆਂ ਭਾਗਾਂ ਵਾਲੇ ਗੁਰਸਿੱਖ ਗੁਣਾਂ ਦੀ ਸਾਂਝ ਕਰਦੇ, ਸਤਿਗੁਰਾਂ ਚਰਨਾਂ 'ਚ ਬੇਨਤੀਆਂ ਕਰਦੇ, ਸਤਿਗੁਰਾਂ ਤੋਂ ਗੁਣ ਸਿੱਖ ਕੇ ਗੁਣ ਲੈ ਕੇ ਨਾਮ ਜਪਦੇ, ਫਿਰ ਗੁਣਾਂ ਦਾ ਮਾਣ ਨਹੀਂ ਕਰਦੇ। ਹੁਣ ਦੇਖੋ, ਇੱਕ ਤਾਂ ਸਾਡੇ ਕੋਲ ਗੁਣ ਹੁੰਦੇ ਨੇ, ਅਸੀਂ ਕਹਿੰਦੇ ਹਾਂ ਵੀ ਇਹ ਆਦਮੀ ਬੜਾ ਸੱਚਾ ਹੈ, ਇਹ ਬੜਾ ਸੰਤੋਖੀ ਹੈ, ਇਹ ਬੜਾ ਪ੍ਰੇਮੀ ਹੈ, ਬੜਾ ਨਿਡਰ ਹੈ। ਇਹ ਹੈ ਤਾਂ ਗੁਣ, ਪਰ ਜਦੋਂ ਮਨੁੱਖ ਕਹਿੰਦਾ ਵੀ ਮੈਂ, ਉਦੋਂ ਸਾਰੇ ਗੁਣ ਹਉਮੈ ਵਿੱਚ ਆ ਜਾਂਦਾ। ਇਹੀ ਗੁਣ ਜਿਹੜੇ ਮਨ ਨੂੰ ਮੈਲਾ ਕਰ ਦਿੰਦੇ। ਪਰ ਜਿਹੜੇ ਗੁਰਮੁਖ ਨੇ, ਉਹਨਾਂ ਨੇ ਗੁਣਾਂ ਵਿੱਚ ਪਰਮਾਤਮਾ ਨੂੰ ਜਿੱਤੇ ਕੀਤਾ। ਉਹ ਕਹਿੰਦੇ ਹੈ, ਹੇ ਵਾਹਿਗੁਰੂ ਸਭ ਗੁਣ ਤੇਰੇ, ਮੈਂ ਨਾਹੀ ਕੋਈ, ਵੈਣ ਗੁਣ ਕੀਤੇ ਭਗਤ ਨਾ ਕੋਏ। हे परमात्मा सारे गुण तेरे, साडा अपना कोई भी गुण नहीं। इस तरह वड्डिया भागां वाले गुरसिख सतगुरां तो नाम रूप वपार नूं प्राप्त कर गुणां दी सांझ करनगे। ते इसलिए महाराज कहंदे भाई जिहड़े ओ गुरमुख ने गुर बचनात कमात करेगा। गुरु साहिबां दे बचन वाहिगुरू की किरपा के नाल कमाते। हुण सानू किन्ने सोहणे सतगुरां बचन कीते। महाराज कहंदे भाई अमृत वेले उठो, इशनान करो, परमात्मा की सिफत करो। जे असीं कहिए महाराज सानू अमृत वेले उठना ना आउंदा, असीं उठ खड़ांगे, इशनान भी कर लांगे, पर गुण गाउणे नहीं आउंदे। ਤਾਂ ਮਹਾਰਾਜ ਕਹਿੰਦੇ ਭਾਈ ਤੂੰ ਬਾਣੀ ਨੂੰ ਇਕਾਗਰ ਹੋ ਕੇ ਪੜ੍ਹਿਆ ਕਰ, ਸਤ ਸੰਗਤ ਕਰਿਆ ਕਰ, ਗੁਰੂ ਕੋਲ ਜਾ ਕੇ ਬੇਨਤੀਆਂ ਕਰਿਆ ਕਰ। ਇਸ ਤਰ੍ਹਾਂ ਇਹ ਹੁਕਮ ਹੈ ਸਾਧ ਸੰਗਤ। ਉਹਨਾਂ ਗੁਰਮੁਖਾਂ ਨੇ ਗੁਰੂ ਸਾਹਿਬਾਂ ਦੀ ਕਿਰਪਾ ਦੇ ਨਾਲ ਜੋ ਸਤਿਗੁਰਾਂ ਦਾ ਉਪਦੇਸ਼ ਹੈ ਉਸ ਨੂੰ ਕਮਾਉਣਾ ਕੀਤਾ। ਬਾਹਰ ਨਾ ਕਤਹੁ ਧਾਇਓ, ਫਿਰ ਕਹਿੰਦੇ ਸਾਡਾ ਮਨ ਦੁਆਰਾ ਨਹੀਂ ਦੌੜਿਆ। ਜਿਹੜੀ ਕਿ ਦੌੜ ਲੱਗੀ ਹੋਈ ਹੈ ਨਾ ਦੁਨੀਆ ਵਿੱਚ ਮਨੁੱਖ ਦੀ, ਕਿ ਹੋਰ ਇਕੱਠਾ ਕਰਨਾ, ਹੋਰ ਜੀਵਨ ਜਿਉਣਾ, ਹੋਰ ਸੁੱਖ ਭੋਗਣਾ, ਫਿਰ ਮਨ ਦੌੜਨਾ ਛੱਡ ਦਿੰਦਾ। ਸੱਚ ਵਿੱਚ ਜੁੜ ਕੇ ਬਾਹਰ ਨਾ ਕਤਹੁ ਧਾਇਓ, ਫਿਰ ਉਹ ਗੁਰਮੁਖ ਦੁਆਰਾ ਜੂਨਾਂ ਵਿੱਚ ਲੈ ਕੇ ਨਹੀਂ ਦੌੜਦੇ। ਇਹ ਨਹੀਂ ਵੀ ਉਹਨਾਂ ਨੂੰ ਹੋਰ ਜੂਨਾਂ ਵਿੱਚ ਭੇਜਿਆ ਜਾਵੇਗਾ, ਭਟਕਾਇਆ ਜਾਵੇਗਾ। ਇਹ ਸਭ ਕੁਝ ਖਤਮ ਹੋ ਜਾਂਦਾ ਹੈ। ਰਹਿਤ ਉਪਾਦ ਸਮਾਦ ਸੁਖ ਆਸਨ, ਭਗਤ ਵਛੜ ਗ੍ਰਹਿ ਪਾਇਓ। ਜਦੋਂ ਅਸੀਂ ਸੁਖ ਆਸਨ, ਸੁਖ ਸਰੂਪ ਪਰਮੇਸ਼ਰ ਦੇ ਵਿੱਚ ਆਪਣੇ ਮਨ ਕਰਕੇ ਆਸਣ ਲਾਉਣਾ ਕੀਤਾ। ਆਸਣ ਕਹਿੰਦੇ ਨੇ ਬੈਠਣ ਨੂੰ। ਜੋ ਪ੍ਰਮਾਤਮਾ ਦਾ ਨਾਮ ਹੈ, ਪ੍ਰਮਾਤਮਾ ਦੀ ਬੰਦਗੀ ਹੈ, ਉਹਦੇ ਵਿੱਚ ਆਪਣੇ ਮਨ ਨੂੰ ਸਥਿਤ ਕਰਾਂਗੇ, ਰੋਕਾਂਗੇ, ਮਨ ਦਾ ਉੱਥੇ ਆਸਣ ਲੱਗ ਜਾਂਦਾ। ਜਦੋਂ ਸੁਖ ਸਰੂਪ ਵਿੱਚ ਆਸਣ ਲੱਗ ਗਿਆ, ਤਦੋਂ ਸਮਾਧੀ ਲੱਗ ਗਈ।
ਮਨ ਟਿਕ ਗਿਆ, ਰਹਿਤ ਉਪਾਦ। ਜਿਹੜੀਆਂ ਉਪਾਧੀਆਂ ਸਨ ਉਹਨਾਂ ਤੋਂ ਰਹਿਤ ਹੋ ਗਏ। ਆਦਿ ਵਿਆਧੀ ਉਪਾਧੀ। ਉਪਾਧੀ ਕਹਿੰਦੇ ਨੇ ਪਦਵੀ। ਜੇ ਮਨੁੱਖ ਕਹਿੰਦਾ ਵੀ ਮੈਂ ਸਰੀਰ ਕਰਕੇ ਦੁਖੀ ਹਾਂ, ਮੇਰੇ ਮਨ 'ਚ ਬੜੀ ਚਿੰਤਾ ਹੈ, ਮੈਂ ਇਸ ਤਰ੍ਹਾਂ, ਕੋਈ ਕਹਿੰਦਾ ਮੈਂ ਡਾਕਟਰ ਹਾਂ, ਕੋਈ ਕਹਿੰਦਾ ਮੈਂ ਕਿਸਾਨ ਹਾਂ, ਕੋਈ ਕਹਿੰਦਾ ਮੈਂ ਵਪਾਰੀ ਹਾਂ। ਇਹ ਉਪਾਧੀਆਂ ਬਣੀਆਂ ਹੋਈਆਂ। ਕੋਈ ਕਹਿੰਦਾ ਮੈਂ ਛੋਟਾ, ਕੋਈ ਕਹਿੰਦਾ ਵੱਡਾ, ਕੋਈ ਕਹਿੰਦਾ ਮੈਂ ਗਰੀਬ ਹਾਂ, ਕੋਈ ਕਹਿੰਦਾ ਮੈਂ ਅਮੀਰ ਹਾਂ। ਇਹ ਸਾਰੀਆਂ ਸਾਧ ਸੰਗਤ ਉਪਾਧੀਆਂ ਬਣੀਆਂ ਹੋਈਆਂ। ਪਰ ਇਹ ਉਪਾਧੀ ਸੱਚੀ ਨਹੀਂ ਹੈ, ਇਹ ਸਰੀਰ ਦੇ ਨਾਲ ਹੀ ਖਤਮ ਹੋਣ ਵਾਲੀ ਹੈ। ਪਰ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਅਸੀਂ ਸੁੱਖ ਸਰੂਪ ਦੇ ਵਿੱਚ ਆਸਣ ਲਾ ਲੈਣਾ ਕੀਤਾ, ਤਦੋਂ ਸਾਡੀ ਸਮਾਧੀ ਲੱਗ ਗਈ। ਫਿਰ ਜਿਹੜੀਆਂ ਉਪਾਧੀਆਂ ਸਨ ਉਹਨਾਂ ਤੋਂ ਰਹਿਤ ਹੋ ਗਈ। ਭਗਤ ਵਚਲ ਗ੍ਰਹਿ ਆਇਓ। ਜੋ ਭਗਤੀ ਨੂੰ ਪਿਆਰ ਕਰਨ ਵਾਲਾ ਪਰਮੇਸ਼ਰ ਹੈ, ਉਸ ਨੂੰ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਪਾਇਓ, ਪਾ ਲੈਣਾ ਹੈ। ਤਾਂ ਪਰਮੇਸ਼ਰ ਅੰਦਰ ਹੀ, ਪਰ ਅੰਦਰ ਗੁਪਤ ਹੋ ਰਿਹਾ ਹੈ। ਉਹਨਾਂ ਗੁਰਮੁਖਾਂ ਨੇ ਆਪਣੇ ਮਨ ਵਿੱਚੋਂ ਹੀ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਣਾ ਕੀਤੀ। ਨਾਦ ਵਿਨੋਦ ਕੋਡ ਆਨੰਦਾ, ਸਹਿਜ ਸਹਿਜ ਸਮਾਇਓ। ਤਦੋਂ ਨਾਦ ਵਿਨੋਦ ਕੋਡ ਆਨੰਦਾ, ਜਿਹੜਾ ਨਾਦ ਸਰਵਣ ਕਰਨਾ ਇਹ ਵੀ ਆਨੰਦ ਪ੍ਰਾਪਤ ਹੋ ਗਿਆ। ਭਾਵ ਕਿ ਜਿਹੜਾ ਗੁਰੂ ਸਾਹਿਬਾਂ ਦੇ ਬਚਨਾਂ ਨੂੰ ਸਰਵਣ ਕਰ ਲੈਣਾ, ਤੇ ਸਰਵਣ ਕਰਦੇ ਆ ਜੇਤਾ ਸੁਣਨਾ ਤੇਤਾ ਨਾਮ, ਪਰਮੇਸ਼ਰ ਦਾ ਨਾਮ ਹੀ ਸਰਵਣ ਕਰਨਾ। ਇਹ ਅਵਸਥਾ ਹੈ ਕਿ ਗੁਰਮੁਖ ਸਭ ਥਾਵਾਂ ਤੋਂ ਪਰਮਾਤਮਾ ਨੂੰ ਹੀ ਸੁਣਦੇ। ਜੋ ਬੋਲਤ ਹੈ ਮ੍ਰਿਗ ਨੀਲ ਪੰਖੇਰੂ, ਸੋ ਬਿਨ ਹਰ ਬੋਲਤ ਹੈ ਨਹੀਂ ਮੋਲ। ਉਹਨਾਂ ਨੂੰ ਸਾਰੀਆਂ ਆਵਾਜ਼ਾਂ ਹੀ ਪਰਮੇਸ਼ਰ ਦਾ ਨਾਮ ਸਰਵਣ ਹੁੰਦੀ ਹੈ। ਵਿਨੋਦ ਕਹਿੰਦੇ ਨੇ ਦਰਸ਼ਨ, ਆਨੰਦ, ਜਿਹਦੇ ਵਿੱਚੋਂ ਉਹਨਾਂ ਗੁਰਮੁਖਾਂ ਨੂੰ ਸਭ ਥਾਵਾਂ ਤੇ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਕੀਤੇ ਪਵਨ ਪਾਣੀ ਬੈਸੰਤਰ, ਕੀਤੇ ਕਾਨ ਮਹੇਸ਼, ਸਾਰੇ ਬੇਅੰਤੀ ਨਜ਼ਰ ਆਉਂਦੇ। ਇਸ ਤਰ੍ਹਾਂ ਹੀ ਜਿਹੜਾ ਕਰੋੜਾ ਆਨੰਦ ਹੈ, ਭੋਗਾ ਆਨੰਦ, ਤੇ ਉਹਨਾਂ ਗੁਰਮੁਖਾਂ ਨੂੰ ਸਾਰੇ ਹੀ ਸੁੱਖ, ਸਾਰੇ ਹੀ ਰਸ ਆ ਕੇ ਮਿਲ ਜਾਂਦੇ। ਜਿਵੇਂ ਇੱਕੇ ਵਾਰ ਮੂੰਹ ਦੇ ਵਿੱਚ ਸਾਰੇ ਰਸ ਪਾ ਦਈਏ, ਮੁੱਖ ਮਿਠਾਸ ਦੇ ਨਾਲ ਭਰ ਜਾਂਦਾ ਹੈ। ਜਾਂ ਭਗਤ ਫਰੀਦ ਜੀ ਜਿਵੇਂ ਕਹਿੰਦੇ ਕਿ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਸਦਰਸ ਕੋਈ ਵੀ ਰਸ ਪਹੁੰਚ ਨਹੀਂ ਸਕਦਾ। ਇਸ ਤਰ੍ਹਾਂ ਗੁਰਮੁਖਾਂ ਨੂੰ ਸਾਰੇ ਹੀ ਆਨੰਦ, ਸਾਰੇ ਹੀ ਸੁੱਖ ਪ੍ਰਾਪਤ ਹੋ। ਨਾਦ ਵਿਨੋਦ ਕੋਡ ਆਨੰਦਾ, ਨਾਦ ਜੋ ਸਰਵਣ ਕਰਨਾ ਸੀ, ਵਿਨੋਦ ਮਨਨ ਕਰਨਾ ਸੀ, ਤੇ ਕਰੋੜਾ ਆਨੰਦ ਜਿਹੜਾ ਅਧਿਆਸਨ ਕਰਨਾ। ਸਹਿਜੇ ਸਹਿਜ ਸਮਾਇਓ, ਗਿਆਨ ਦੇ ਸਹਿਤ ਸਹਿਜ ਅਵਸਥਾ ਵਿੱਚ ਅਸੀਂ ਸਮਾ ਜਾਵਾਂਗੇ। ਸੁਤੇ ਸਹਿਜੇ ਅਸੀਂ ਕਹਿੰਦੇ ਜੋ ਪਰਮੇਸ਼ਰ ਸਰੂਪ, ਸਹਿਜ ਸਰੂਪ ਹੈ ਨਾ, ਉਸ ਦੇ ਵਿੱਚ ਸਾਡੀ ਗਤੀ ਗਿਆਨ ਅਵਸਥਾ ਵਿੱਚ ਲੀਨ ਹੋ ਗਈ। ਕਰਨਾ ਆਪ ਕਰਾਵਣ ਆਪੇ, ਕਹੋ ਨਾਨਕ ਆਪ ਅਪਾਇਓ। ਹੁਣ ਤਾਂ ਇਹੀ ਜਾਣਦੇ ਆ ਕਿ ਕਰਨ ਵਾਲਾ ਵੀ ਪਰਮੇਸ਼ਰ ਆਪ ਹੈ ਤੇ ਕਰਾਉਣ ਵਾਲਾ ਵੀ ਆਪ ਹੈ। ਜੋ ਕੁਝ ਅਸੀਂ ਕਰਨਾ ਹੈ ਨਾ, ਉਹਦੇ ਵਿੱਚ ਉਹ ਆਪ ਹੀ ਵਰਤ ਰਿਹਾ, ਉਹਦਾ ਹੁਕਮ ਵਰਤ ਰਿਹਾ। ਤੇ ਜੋ ਉਹ ਸਾਡੇ ਕੋਲੋਂ ਕਰਾ ਰਿਹਾ ਉਹ ਵੀ ਉਹਦਾ ਆਪਣਾ ਹੀ ਹੁਕਮ, ਆਪਣੀ ਮੌਜ ਹੈ। ਕਹੋ ਨਾਨਕ ਆਪ ਆਏ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹੇ ਵਾਹਿਗੁਰੂ, ਸਭ ਥਾਵਾਂ ਤੇ ਤੂੰ ਆਪ ਹੀ ਹੈ। ਸਾਰੇ ਤੱਤਾਂ ਦੇ ਵਿੱਚ, ਸਾਰੀ ਕਾਇਨਾਤ, ਸਾਰੇ ਜੀਵਾਂ ਦੇ ਅੰਦਰ ਆਪ ਹੀ ਜੀਵਨ ਰੂਪ ਹੈ। ਆਪ ਹੀ ਉਹਨਾਂ ਨੂੰ ਅਵਸਥਾ ਦੇਣ ਵਾਲਾ ਹੈ। ਆਪ ਹੀ ਉਹਨਾਂ ਦੇ ਕਰਮ ਧਰਮ
ਜਿਹੜੇ ਬੰਧਨ ਤੋੜਨ ਵਾਲਾ ਹੈ, ਆਪੇ ਆਪ ਹੀ ਸਰੂਪ ਹੋ ਰਿਹਾ ਹੈ। ਸਾਰਗ ਮਹੱਲਾ ਪੰਜਵਾ। ਅੰਮ੍ਰਿਤ ਨਾਮ ਮਨਹਿ ਆਧਾਰੋ। ਸਤਿਗੁਰੂ ਜੀ ਫਰਮਾਉਂਦੇ ਹਨ, हे ਵਾਹਿਗੁਰੂ, ਤੇਰਾ ਅੰਮ੍ਰਿਤ ਨਾਮ ਸਾਡੇ ਮਨ ਦਾ ਆਸਰਾ ਹੈ। ਅਸੀਂ ਮਨ ਦੇ ਵਿੱਚ ਤੇਰੇ ਨਾਮ ਦਾ ਹੀ ਆਸਰਾ ਮੰਨਿਆ ਹੈ। ਸਤਿਗੁਰਾਂ ਨੇ ਸਾਨੂੰ ਮਨ ਦੇ ਵਿੱਚ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦਾ ਆਸਰਾ ਦੇ ਦਿੱਤਾ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨ ਤਾਨੀ। ਇਹ ਗੁਰਾਂ ਨੇ ਸਾਨੂੰ ਅੰਮ੍ਰਿਤ ਦਾਤ ਦਿੱਤੀ ਹੈ, ਨਾਮ ਦੀ ਹੈ ਤਾਂ ਸਤਿਗੁਰਾਂ ਦੇ ਹੱਥ ਹੀ ਨਾਲ। ਜਿੱਥੇ ਮਾਰੇ ਬਚਨ ਕਰਦੇ, ਸੁਰ ਜਨ ਸੁਰ ਨਰ ਮਨ ਜਨ ਅੰਮ੍ਰਿਤ ਖੋਜ ਦੇ, ਸੋ ਅੰਮ੍ਰਿਤ ਗੁਰ ਕਿਰਪਾ ਪਾਇਆ। ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਜੀ ਜੰਤ ਸਭ ਦੁੱਧ ਪਾਏ, ਇੱਕ ਵੇਖ ਪਰ ਸੁਭਾਏ। ਜਿਹੜਾ ਸੱਚੇ ਪਰਮਾਤਮਾ ਨੂੰ ਮਨ ਵਿੱਚ ਵਸਾਉਣਾ ਹੈ, ਇਹ ਸਤਿਗੁਰਾਂ ਦੀ ਕਿਰਪਾ ਨਾਲ ਹੁੰਦਾ ਹੈ। ਇੱਕ ਭਰਮ ਭੁੱਲੇ ਜੇ ਤੇਰੇ ਦਹਿ ਦਿਸ, ਇੱਕ ਨਾਮ ਲਾਭ ਸਵਾਰਿਆ। ਇੱਕ ਤਾਂ ਜੀਵ ਸੰਸਾਰ ਦੇ ਵਿੱਚ ਭਰਮ ਵਿੱਚ ਪੈ ਕੇ ਭੁੱਲੇ ਹੋਏ ਦਸਾਂ ਦਿਸ਼ਾਂ ਵਿੱਚ ਭਟਕਦੇ ਫਿਰਦੇ, ਪਰ ਇੱਕ ਉਹ ਨੇ ਜਿਨ੍ਹਾਂ ਨੂੰ ਗੁਰੂ ਨੇ ਨਾਮ ਦੀ ਦਾਤ ਦੇ ਕਰਕੇ ਸਵਾਰ ਦੇਣਾ ਕੀਤਾ ਹੈ। ਅੰਮ੍ਰਿਤ ਨਾਮ ਮਨ ਹੈ ਆਧਾਰੂ। ਇਹ ਸਤਿਗੁਰੂ ਜੀ ਆਪ ਜੀ ਨੇ ਸਾਨੂੰ ਮਨ ਦੇ ਵਿੱਚ ਅੰਮ੍ਰਿਤ ਨਾਮ ਦਾ ਆਸਰਾ ਦੇਣਾ ਕੀਤਾ ਹੈ। ਜਨ ਦਿਆ ਤਿਸਕੈ ਕੁਰਬਾਨੈ, ਗੁਰ ਪੂਰੇ ਨਮਸਕਾਰੋ। ਜਿਨ੍ਹਾਂ ਸਤਿਗੁਰਾਂ ਨੇ ਸਾਨੂੰ ਨਾਮ ਦੀ ਦਾਤ ਬਖਸ਼ੀ ਹੈ, ਭੂਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਜਨਮ ਮਰਨ ਕੀ ਤਰਾਸ ਮਿਟਾਈ, ਗੁਰ ਪੂਰੇ ਕੀ ਬੇਅੰਤ ਮਿਟਾਈ। ਇਹ ਗੁਰੂ ਦੀ ਵਡਿਆਈ ਹੈ ਨਾ। ਐਸੇ ਸਮਰੱਥ ਗੁਰੂ ਤੋਂ ਅਸੀਂ ਬਲਿਹਾਰ ਜਾਣਾ। ਬਾਰ ਨੇ ਬਲਿਹਾਰ ਨੇ ਲੱਖ ਬਲੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਣ ਅਧਰਿਆ। ਜਿਨ੍ਹਾਂ ਸਤਿਗੁਰਾਂ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਹੈ, ਜਿਸ ਕੈ ਕੁਰਬਾਨ ਹੈ, ਐਸੇ ਸਤਿਗੁਰਾਂ ਤੋਂ ਅਸੀਂ ਬਲਿਹਾਰ ਕੁਰਬਾਨ ਜਾਣਾ। ਗੁਰ ਪੂਰੇ ਨਮਸਕਾਰ। ਪੂਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ, ਸ੍ਰੀ ਗੁਰੂ ਅੰਗਦ ਦੇਵ ਜੀ ਸਤਿਗੁਰੂ, ਵੱਡੇ ਸਤਿਗੁਰਾਂ ਤੋਂ ਅਸੀਂ ਬਲਿਹਾਰ ਜਾਣਾ ਅਤੇ ਸਤਿਗੁਰਾਂ ਨੂੰ ਸਾਡੀ ਨਿਮਕ ਨਿਮਕ ਸਮਾਂ ਨਮਸਕਾਰ ਹੈ। ਰਹਾਉ ਬੁੱਝੀ ਤ੍ਰਿਸ਼ਨਾ ਸਹਿਜ ਸੁਹੇਲਾ, ਕਾਮ ਕ੍ਰੋਧ ਬਿਖ ਜਾਰੋ। ਵਿਸ਼ਰਾਮ ਦੇ ਕੇ ਸਤਿਗੁਰੂ ਬਚਨ ਕਰਦੇ ਨੇ, ਮਨ ਦੇ ਅੰਦਰੋਂ ਜਿਹੜੀ ਤ੍ਰਿਸ਼ਨਾ ਸੀ ਹੁਣ ਬੁੱਝ ਗਈ। ਤ੍ਰਿਸ਼ਨਾ ਇੱਕ ਅੱਗ ਦੀ ਤਰ੍ਹਾਂ ਹੈ। ਜਿਵੇਂ ਅੱਗ ਬਲਦੀ ਹੋਵੇ, ਕਿੰਨਾ ਨੁਕਸਾਨ ਹੋ ਜਾਂਦਾ, ਸਾਰੇ ਜੀਵ ਤੰਗ ਹੋ ਜਾਂਦੇ ਨੇ ਸਾਧ ਸੰਗਤ। ਇਸ ਤਰ੍ਹਾਂ ਹੀ ਜਿਹੜਾ ਸਾਡਾ ਹਿਰਦਾ ਹੈ, ਇਹਦੇ ਵਿੱਚ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ ਔਰ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਪਦਾਰਥਾਂ ਦੇ ਨਾਲ ਬੁਝਾ ਲਈਏ, ਪਰ ਨਹੀਂ। ਜਿਵੇਂ ਅੱਗ ਨੂੰ ਪਾਣੀ ਦੇ ਨਾਲ ਬੁਝਾਇਆ ਜਾਂਦਾ ਹੈ, ਇਸ ਤਰ੍ਹਾਂ ਹੀ ਹਿਰਦੇ ਵਿੱਚੋਂ ਤ੍ਰਿਸ਼ਨਾ ਵਾਹਿਗੁਰੂ ਦੇ ਨਾਮ ਕਰਕੇ ਸਾਧ ਮਿਟਦੀ ਹੈ। ਬੁਝੀ ਤ੍ਰਿਸ਼ਨਾ ਸਹਿਜ ਸੁਹੇਲਾ। ਕਹਿੰਦੇ ਹੁਣ ਹਿਰਦੇ ਵਿੱਚੋਂ ਸੰਸਾਰ ਦੀ ਜਿਹੜੀ ਤ੍ਰਿਸ਼ਨਾ ਸੀ, ਪਦਾਰਥਾਂ ਦੀ, ਮੋਹ ਮਾਇਆ ਦੀ, ਸਾਰੀ ਹੀ ਮਿਟ ਗਈ। ਸਹਿਜ ਸੁਹੇਲਾ। ਹੁਣ ਅਸੀਂ ਸਹਿਜ ਸ਼ਾਂਤੀ, ਸਹਿਜ ਸੁਖੀ ਹੋ ਗਏ। ਸਹਿਜ ਗਿਆਨ ਅਵਸਥਾ ਵਿੱਚ ਸੁਹੇਲਾ ਸੁਖੀ ਹੋ ਗਏ। ਕਾਮ ਕ੍ਰੋਧ ਬਿਖ ਜਾਰੋ। ਸਤਿਗੁਰਾਂ ਨੇ ਸਾਡੇ ਹਿਰਦੇ ਵਿੱਚੋਂ ਕਾਮ, ਵਾਸਨਾ, ਕ੍ਰੋਧ ਜਿਹੜਾ ਮਨ ਨੂੰ ਤਿੱਖਾ ਕਰਨ ਵਾਲਾ ਸੀ, ਲੋਭ ਮੋਹ ਅਹੰਕਾਰ, ਇਹ ਜਿਹੜੀ ਜ਼ਹਿਰ ਦੀ ਨਿਆਈ ਸਨ, ਇਹਨਾਂ ਨੂੰ ਜਾਰੋ ਜਾਰ ਦੇਣਾ। ਜਿਵੇਂ ਕਿਸੇ ਵਸਤੂ ਨੂੰ ਅੱਗ ਲਾ ਕੇ ਸਾੜ ਦੇਈ ਜਾਂਦਾ, ਇਸ ਤਰ੍ਹਾਂ ਹੀ ਗੁਰੂ ਸਾਹਿਬਾਂ ਨੇ ਬ੍ਰਹਮ ਇਤਿਹਾਸ ਨੂੰ ਅਗਨੀ ਦੇ ਨਾਲ
ਬਈ ਤੂੰ ਨਾਮ ਹੀ ਜਪੀ ਜਾ, ਨਾਮ ਵਿੱਚ ਹੀ ਆਪਣੇ ਮਨ ਨੂੰ ਜੋੜ ਕੇ ਰੱਖ। ਨਾਮ ਜਪਦਿਆਂ ਜਪਦਿਆਂ ਜਿਹੜਾ ਰਸ ਪ੍ਰਾਪਤ ਹੋ ਗਿਆ, ਇਕਾਗਰਤਾ ਪ੍ਰਾਪਤ ਹੋਈ, ਉਸ ਬ੍ਰਹਮ ਅਭਿਆਸ ਦੀ ਅਗਨੀ ਦੇ ਵਿੱਚ ਇਹਨਾਂ ਵਿਕਾਰਾਂ ਨੂੰ ਜਾਲ ਦੇਣਾ ਕੀਤਾ। ਆਏ ਨਾ ਜਾਏ ਬਸੈ ਇਹ ਠਾਹਰ, ਜਹ ਆਸਨਾ ਨਿਰੰਕਾਰੋ। ਕਹਿੰਦੇ ਹੁਣ ਅਸੀਂ ਦੇਖਿਆ ਕਿ ਪਰਮਾਤਮਾ ਨਾ ਹੀ ਸੰਸਾਰ ਵਿੱਚ ਆਉਂਦਾ ਹੈ ਤੇ ਨਾ ਹੀ ਉਹ ਕਿਤੇ ਜਾਂਦਾ ਹੈ। ਬਸੈ ਇਹ ਠਾਹਰ, ਉਸ ਥਾਂ ਤੇ ਸਾਡਾ ਵੀ ਵਾਸਾ ਹੋ ਗਿਆ। ਜਹ ਆਸਨ ਨਿਰੰਕਾਰੋ, ਜਿਸ ਥਾਂ ਤੇ ਨਿਰੰਕਾਰ ਪਰਮੇਸ਼ਰ ਦਾ ਆਸਨ ਹੈ। ਆਏ ਨਾ ਜਾਏ ਬਸੈ ਇਹ ਠਾਹਰ, ਜਿਹੜੀ ਸਤ ਸੰਗਤ ਹੈ, ਇਹ ਸਾਧ ਸੰਗਤ ਐਸੀ ਥਾਂ ਬਣਾਈ ਹੈ ਪਰਮਾਤਮਾ ਨੇ ਜਿਹੜੀ ਸਦਾ ਰਹਿਣ ਵਾਲੀ, ਭਗਤਾਂ ਦੀ ਰਹਿਣ ਵਾਲੀ। ਇਸ ਥਾਂ ਤੇ ਜਿਹੜੇ ਗੁਰਮੁਖ ਵਸ ਜਾਂਦੇ ਨੇ, ਜਿਹੜੇ ਸਰੀਰ ਕਰਕੇ ਅਸੀਂ ਸਤ ਸੰਗਤ ਵਿੱਚ ਪਹੁੰਚੇ, ਜਦੋਂ ਮਨ ਕਰਕੇ ਵੀ ਇੱਥੇ ਪਹੁੰਚ ਕੇ ਜੁੜ ਗਏ, ਤਾਂ ਮਹਾਰਾਜ ਕਹਿੰਦੇ ਜਿਹੜੇ ਉਹ ਰੰਗੇ ਜਾਂਦੇ ਨੇ ਗੁਰਮੁਖ ਨਾਮ ਦੇ ਵਿੱਚ। ਆਏ ਨਾ ਜਾਏ, ਨਾ ਹੀ ਉਹ ਦੁਆਰਾ ਜਨਮ ਲੈ ਕੇ ਸੰਸਾਰ ਵਿੱਚ ਆਉਂਦੇ ਨੇ ਤੇ ਨਾ ਹੀ ਉਹ ਮਰ ਕਰਕੇ ਕਿਤੇ ਜਾਂਦੇ। ਬਸੈ ਇਹ ਸਦਾ ਵਾਸਤੇ ਉਹਨਾਂ ਦਾ ਸੁਖ ਸਰੂਪ ਦੇ ਵਿੱਚ ਉਸ ਥਾਂ ਤੇ ਵਾਸਾ ਹੋਊਗਾ। ਜਹ ਆਸਨ ਨਿਰੰਕਾਰੋ, ਜਿੱਥੇ ਨਿਰੰਕਾਰ ਪਰਮੇਸ਼ਰ ਦਾ ਵਾਸਾ ਹੈ ਨਾ, ਜਿੱਥੇ ਪਰਮਾਤਮਾ ਹਿਰਦੇ ਵਿੱਚ ਵਸਦਾ ਹੈ, ਉੱਥੇ ਹੀ ਗੁਰਮੁਖਾਂ ਦਾ ਵਾਸਾ ਹੋ ਜਾਂਦਾ ਹੈ। ਏਕੈ ਪ੍ਰਗਟ ਏਕੈ ਗੁਪਤਾ, ਏਕੈ ਧੁੰਦੂਕਾਰੋ। ਹੁਣ ਸਤਿਗੁਰੂ ਸਾਨੂੰ ਦੱਸਦੇ ਨੇ ਇੱਕੋ ਪਰਮਾਤਮਾ ਹੀ ਸੰਸਾਰ ਦੇ ਵਿੱਚ ਸਰਗਣ ਸਰੂਪ ਹੋ ਕਰਕੇ ਪ੍ਰਗਟ ਹੋ ਰਿਹਾ। ਇੱਕੋ ਪਰਮਾਤਮਾ ਹੀ ਸੰਸਾਰ ਦੇ ਵਿੱਚ ਸਾਧ ਸੰਗਤ ਨਿਰਗੁਣ ਸਰੂਪ ਹੋ ਕੇ ਗੁਪਤ ਹੋ ਰਿਹਾ। ਏਕੈ ਧੁੰਦੂਕਾਰੋ, ਇੱਕੋ ਪਰਮੇਸ਼ਰ ਵਾਹਿਗੁਰੂ ਹੀ ਸੰਸਾਰ ਵਿੱਚ ਜੀਵਾਂ ਨੂੰ ਮੋਹ ਮਾਇਆ ਅਗਿਆਨਤਾ ਵਿੱਚ ਲਾ ਕੇ ਧੁੰਦੂਕਾਰੋ, ਧੁੰਦਕਾਰ ਬਣ ਰਹੇ ਹਨ, ਭਾਵ ਉਹਨਾਂ ਨੂੰ ਨਜ਼ਰ ਹੀ ਨਹੀਂ ਆ ਰਿਹਾ। ਏਕੈ ਪ੍ਰਗਟ ਏਕੈ ਗੁਪਤਾ, ਇੱਕ ਜਿਹੜੇ ਗੁਰਮੁਖ ਹਨ ਉਹਨਾਂ ਦੇ ਹਿਰਦੇ ਵਿੱਚ ਤਾਂ ਪਰਮੇਸ਼ਰ ਪ੍ਰਗਟ ਹੈ, ਤੇ ਇੱਕ ਜਿਹੜੇ ਮਨਮੁਖ ਨੇ ਉਹਨਾਂ ਦੇ ਹਿਰਦੇ ਵਿੱਚ ਸਾਧ ਸੰਗਤ ਗੁਪਤ ਹੋ ਰਹੇ। ਜਿਵੇਂ ਦੇਖੋ ਜਿਹੜਾ ਪਾਣੀ ਹੈ ਨਾ, ਸਭ ਥਾਵਾਂ ਤੇ ਹੁੰਦਾ ਹੈ, ਪਰ ਜਿੱਥੇ ਬੋਰ ਕੀਤਾ ਜਾਂਦਾ ਹੈ, ਖੂਹ ਲਾਇਆ ਜਾਂਦਾ ਹੈ, ਉੱਥੇ ਉਹ ਪਾਣੀ ਪ੍ਰਗਟ ਹੋ ਜਾਂਦਾ। ਇਸ ਤਰ੍ਹਾਂ ਪਰਮਾਤਮਾ ਸਾਰੇ ਜੀਵਾਂ ਦੇ ਹਿਰਦੇ ਵਿੱਚ ਹੈ, ਪਰ ਜਿਹੜੇ ਮਿਹਨਤ ਕਰਦੇ ਨੇ, ਪਰਮਾਤਮਾ ਨਾਲ ਜੁੜਦੇ ਨੇ, ਯਤਨ ਕਰਦੇ ਨੇ, ਇਹ ਯਤਨ ਹੀ ਸਾਡਾ ਬੋਰ ਕਰਨਾ ਪਰਮਾਤਮਾ ਦੀ ਪ੍ਰਾਪਤੀ ਵਾਸਤੇ। ਜਿਵੇਂ ਪਾਣੀ ਨੂੰ ਧਰਤੀ ਚੋਂ ਕੱਢਣ ਵਾਸਤੇ ਬੋਰ ਕੀਤਾ ਜਾਂਦਾ ਹੈ, ਖੂਹ ਲਾਇਆ ਜਾਂਦਾ ਹੈ, ਇਸ ਤਰ੍ਹਾਂ ਜਿਹੜੀ ਬੰਦਗੀ ਕਰਨੀ ਹੈ, ਨਾਮ ਜਪਣਾ ਹੈ, ਸੇਵਾ ਸਿਮਰਨ ਕਰਨਾ, ਇਹ ਪਰਮਾਤਮਾ ਦੀ ਪ੍ਰਾਪਤੀ ਵਾਸਤੇ। ਜਿਹੜੇ ਗੁਰਮੁਖ ਨੇ ਉਹਨਾਂ ਨੇ ਆਪਣੇ ਹਿਰਦੇ ਵਿੱਚੋਂ ਹੀ ਪਰਮਾਤਮਾ ਨੂੰ ਪ੍ਰਗਟ ਕਰ ਦਿੱਤਾ, ਤੇ ਮਨਮੁਖ ਜਿਹੜੇ ਨੇ ਉਹਨਾਂ ਦੇ ਅੰਦਰ ਗੁਪਤ ਹੋ ਗਏ। ਏਕੈ ਧੁੰਦੂਕਾਰੋ, ਇੱਕ ਸਾਧ ਸੰਗਤ ਉਹ ਜੀਵ ਨੇ ਜਿਹੜੇ ਵਿਕਾਰਾਂ ਵਿੱਚ ਲੱਗੇ ਹੋਏ, ਪਰਮਾਤਮਾ ਨੂੰ ਭੁੱਲੇ ਹੋਏ, ਪਾਂਪਰ ਹੋਏ, ਉਹਨਾਂ ਦੇ ਅੰਦਰ ਮੋਹ ਮਾਇਆ ਦਾ ਹਨੇਰਾ ਪਾ ਕਰਕੇ ਧੁੰਦੂਕਾਰ ਪੈਦਾ ਕੀਤਾ। ਏਕੈ ਪ੍ਰਗਟ ਏਕੈ ਗੁਪਤਾ, ਇਸੇ ਤਰ੍ਹਾਂ ਹੀ ਪਰਮਾਤਮਾ ਇੱਕ ਜਿਹੜੇ ਬ੍ਰਹਮ ਗਿਆਨੀ ਨੇ ਉਹਨਾਂ ਦੇ ਹਿਰਦੇ ਵਿੱਚ ਤਾਂ ਸਾਧ ਸੰਗਤ ਪ੍ਰਗਟ ਹੈ, ਉਹਨਾਂ ਨੂੰ ਸਭ ਥਾਵਾਂ ਤੇ ਉਸਦਾ ਹੀ ਰੂਪ ਰੰਗ ਆਕਾਰ ਨਜ਼ਰ ਆਉਂਦਾ ਹੈ। ਤੇ ਜਿਹੜੇ ਇੱਕ ਜਗਿਆਸੂ ਨੇ ਉਹਨਾਂ ਦੇ ਅੰਦਰ ਪਰੋਖ ਗਿਆਨ ਹੋਣ ਕਰਕੇ ਗੁਪਤ ਹੋ ਰਿਹਾ, ਦਰਸ਼ਨ ਨਹੀਂ ਹੋ ਰਹੇ, ਪਰੋਖ ਗਿਆਨ ਹੈ ਇਸ ਲਈ ਗੁਪਤ ਹੋ ਰਿਹਾ। ਤੇ ਇੱਕ ਜਿਹੜੇ ਸਾਧ ਸੰਗਤ ਵਿਸ਼ਈ ਜੀਵ ਨੇ ਉਹਨਾਂ ਦੇ ਅੰਦਰ ਵਿਸ਼ਿਆਂ ਦਾ ਹਨੇਰਾ ਪਾ ਕੇ ਧੁੰਦੂਕਾਰ ਹੋ ਰਿਹਾ ਹੈ।
ਇੱਕ ਹੈ ਪ੍ਰਗਟ, ਇੱਕ ਹੈ ਗੁਪਤ। ਇੱਕ ਤਾਂ ਮਹਾਰਾਜ ਕਹਿੰਦੇ ਦੇਖੋ ਪਰਮਾਤਮਾ ਸਭ ਥਾਵਾਂ ਤੇ ਸ੍ਰਿਸ਼ਟੀ ਦੇ ਵਿੱਚ ਪ੍ਰਗਟ ਹੋ ਗਏ, ਸਾਰੇ ਥਾਵਾਂ ਤੇ। ਇੱਕ ਹੈ ਗੁਪਤਾ, ਤੇ ਫਿਰ ਉਹ ਗੁਪਤ ਵੀ ਹੈ ਕਿ ਉਹ ਸਾਰੇ ਜੀਵਾਂ ਦੀ ਪਾਲਣਾ ਪੋਸ਼ਣਾ ਕਰ ਰਿਹਾ, ਗੁਪਤ ਹੋ ਗਏ। ਉਹ ਦਿਸਦਾ ਨਹੀਂ ਪਰ ਸਾਰਿਆਂ ਦੇ ਜੀਵਨ ਚੱਲ ਰਹੇ ਨੇ। ਇੱਕ ਹੈ ਧੁੰਦੂ ਕਾਰੋ, ਤੇ ਇੱਕ ਮਾਰੇ ਕਹਿੰਦੇ ਉਹ ਪਰਮੇਸ਼ਰ ਦੇਖੋ ਸਭ ਥਾਵਾਂ ਦੇ ਆਪ ਹੀ ਮਾਇਆ ਦਾ ਹਨੇਰਾ ਪਾਰ ਕਰਕੇ ਜੀਵਾਂ ਨੂੰ ਗੁਪਤ ਹੋ ਰਿਹਾ, ਜਿਸ ਨਹੀਂ ਰਿਹਾ। ਇੱਕ ਹੈ ਪ੍ਰਗਟ, ਇੱਕ ਹੈ ਗੁਪਤਾ। ਇੱਕ ਤਾਂ ਸਾਧ ਸੰਗਤ ਜਿਹੜੇ ਜਾਗਰਤ ਅਵਸਥਾ ਹੈ ਉਹਦੇ ਵਿੱਚ ਪਰਮਾਤਮਾ ਪ੍ਰਗਟ ਹੋ ਰਹੇ, ਸਾਨੂੰ ਸਭ ਕੋਈ ਦਿਸਦਾ ਹੈ। ਪਰ ਇੱਕ ਜਿਹੜੀ ਸੁਪਨ ਅਵਸਥਾ ਹੈ ਉੱਥੇ ਗੁਪਤ ਹੈ, ਉੱਥੇ ਪਰਮਾਤਮਾ ਨਜ਼ਰ ਨਹੀਂ ਆਉਂਦਾ ਸੁਪਨ ਅਵਸਥਾ ਦੇ। ਇੱਕ ਹੈ ਧੁੰਦੂ ਕਾਰੋ, ਤੇ ਇੱਕ ਉਹ ਪਰਮਾਤਮਾ ਜੋ ਸੁਪੋਪਤ ਅਵਸਥਾ ਹੈ ਜਿੱਥੇ ਪਰਮੇਸ਼ਰ ਵਾਹਿਗੁਰੂ ਜੋ ਅਗਿਆਨਤਾ ਤੇ ਅਵਿਦਿਆ ਦਾ ਸਾਖੀ ਹੋ ਗਿਆ, ਭਾਵ ਉੱਥੇ ਜੀਵ ਨੂੰ ਕੁਝ ਸਮਝ ਨਹੀਂ ਰਹਿੰਦੀ, ਕੋਈ ਗਿਆਨ ਨਹੀਂ ਰਹਿੰਦਾ। ਅਗਿਆਨਤਾ ਕਰਕੇ ਅਵਿਦਿਆ ਕਰਕੇ ਧੁੰਦੂ ਕਾਰਾ ਹੀ ਦਿਸਦਾ ਹੈ। ਆਦ ਮਦ ਅੰਤ ਪ੍ਰਭ ਸੋਈ, ਕਹੋ ਨਾਨਕ ਸਾਧ ਵਿਚਾਰੋ। ਸਤਿਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਕਿ ਭਾਈ ਸੰਸਾਰ ਦੇ ਆਦਿ ਵਿੱਚ ਵੀ ਉਹੀ ਪਰਮਾਤਮਾ ਹੈ, ਮੱਧ ਵਿਚਾਲੇ ਵੀ ਹੁਣ ਉਹੀ ਪਰਮਾਤਮਾ ਹੈ। ਆਦ ਕਹਿੰਦੇ ਨੇ ਜਦੋਂ ਸੰਸਾਰ ਪੈਦਾ ਹੋਇਆ ਸੀ, ਜਦੋਂ ਸੰਸਾਰ ਦੀ ਆਰੰਭਤਾ ਹੋਈ ਸੀ ਉਦੋਂ ਵੀ ਉਹ ਪਰਮਾਤਮਾ ਸੀ। ਮੱਧ ਦਾ ਸਮਾਂ ਜਿਹੜਾ ਹੁਣ ਇਹ ਸੰਸਾਰ ਚੱਲ ਰਿਹਾ, ਤੇ ਅੰਤ ਦਾ ਸਮਾਂ ਜਦੋਂ ਸਾਰਾ ਸੰਸਾਰ ਸਾਰੇ ਜੀਵਨ ਖਤਮ ਹੋ ਜਾਣਗੇ, ਇਹ ਪਰਮੇਸ਼ਰ ਹੀ ਰਹਿਣ ਵਾਲਾ ਹੈ। ਆਦ ਮੱਧ ਅੰਤ ਪ੍ਰਭ ਸੋਈ। ਸਾਡੇ ਜੀਵਾਂ ਦਾ ਆਦ ਕੀ ਹੈ? ਜਦੋਂ ਜੀਵ ਮਾਤਾ ਦੇ ਗਰਭ ਵਿੱਚ ਹੁੰਦਾ ਹੈ ਉੱਥੇ ਵੀ ਪਰਮਾਤਮਾ ਇਹਦੀ ਪ੍ਰਤਿਪਾਲਨਾ ਕਰਦਾ ਹੈ। ਮੱਧ ਦਾ ਸਮਾਂ ਹੈ ਜਿਹੜਾ ਇਹ ਜੀਵਨ ਚੱਲ ਰਿਹਾ ਸਾਡਾ, ਇਹ ਸਾਡਾ ਮੱਧ ਹੈ। ਤੇ ਅੰਤ ਦਾ ਸਮਾਂ ਜਦੋਂ ਜੀਵ ਦੀ ਮੌਤ ਹੋ ਜਾਂਦੀ ਹੈ, ਕਾਲ ਹੋ ਜਾਂਦਾ ਹੈ, ਸਭ ਥਾਵਾਂ ਤੇ ਪਰਮਾਤਮਾ ਹੀ ਇਸ ਦੀ ਸਹਾਇਤਾ ਕਰਨ ਵਾਲਾ ਹੈ। ਕਹੋ ਨਾਨਕ ਸਾਧ ਵਿਚਾਰੋ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਭਾਈ ਉਸ ਪਰਮਾਤਮਾ ਨੂੰ ਸੱਚ ਕਰਕੇ ਵਿਚਾਰਨਾ ਕਰੋ ਕਿ ਉਹ ਸਦਾ ਹੀ ਸੱਚ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਕੀ। ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸ੍ਰੇਸ਼ਟ ਸੋ ਕਰਨੈ ਹਾਰ। ਉਹ ਪਰਮਾਤਮਾ ਹੀ ਸਤ ਸਰੂਪ ਹੈ, ਉਹਨੇ ਸਾਰਾ ਸੰਸਾਰ ਸਤ ਹੀ ਬਣਾਉਣਾ ਕੀਤਾ। ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤਰ ਰਮਣ, ਨਾਨਕ ਅਗ ਨਾਸਨ ਜੋਗੀਸਰ ਹੈ। ਉਹ ਐਸਾ ਪਰਮੇਸ਼ਰ ਸਤ ਸਰੂਪ ਹੈ ਜੋ ਸੰਤ ਜਨ ਨੇ ਭਗਤ ਨੇ ਉਹਨੂੰ ਜਾਣਦੇ ਨੇ, ਪਛਾਣਦੇ ਨੇ। ਪਛਾਣਿਆ ਵੀ ਕੇਵਲ ਭਗਤਾਂ ਨਹੀਂ ਹੈ, ਕਿਉਂਕਿ ਜਿਹੜੇ ਭਗਤ ਨੇ ਸੰਸਾਰ ਵੱਲੋਂ ਆਪਣੇ ਮਨ ਨੂੰ ਮੋੜ ਲੈਂਦੇ, ਉਹਨਾਂ ਨੇ ਸੰਸਾਰ ਵੱਲ ਆਪਣਾ ਜਿਹੜਾ ਮਨ ਹੈ ਨਾ ਉਹਨੂੰ ਵਰਜਿਆ ਹੋਇਆ ਹੈ। ਇਸ ਤਰ੍ਹਾਂ ਭਗਤ ਨਾਮਦੇਵ ਜੀ ਭਜਨ ਕਰਦੇ, ਰੇ ਜੇਬਾ ਕਰੋ ਸਤਖੰਡ, ਜਾਮ ਨਾ ਉਤਰਸ ਸ੍ਰੀ ਗੋਬਿੰਦ। ਇਹ ਮੇਰੀ ਰਸਨਾ, ਜੇ ਤੂੰ ਪਰਮਾਤਮਾ ਦਾ ਨਾਮ ਨਹੀਂ ਜਪੇਗੀ ਤਾਂ ਤੈਨੂੰ ਮੈਂ 100 ਟੁਕੜੇ ਕਰ ਦਿਆਂ। ਫਿਰ ਨਾਲ ਹੀ ਬਚਨ ਕੀਤਾ, ਰੰਗੀ ਨੇ ਜੀਵਾ ਹਰ ਕੈ ਨਾਏ, ਹਣ ਮੇਰੀ ਰਸਨਾ ਪਰਮਾਤਮਾ ਦੇ ਨਾਮ ਵਿੱਚ ਰੰਗੀ ਹੈ। ਅਸੀਂ ਉਸ ਪਰਮਾਤਮਾ ਨੂੰ ਪਛਾਣਨ ਤੋਂ ਮੰਨਣ ਤੋਂ ਇਨਕਾਰ ਕਰ ਦਿੰਦੇ ਹਾਂ। ਪਹਿਲਾਂ ਤਾਂ ਇਹੀ ਕਦਮ ਹੈ ਕਿ ਤੂੰ ਪਰਮਾਤਮਾ ਨੂੰ ਮੰਨ, ਔਰ ਪਰਮਾਤਮਾ ਨੂੰ ਉਹੀ ਮੰਨ ਸਕਦਾ ਹੈ ਸਾਧ ਸੰਗਤ ਜਿਹੜਾ ਸੰਸਾਰ ਨੂੰ ਝੂਠਾ ਜਾਣਦਾ ਹੈ। ਜਦੋਂ ਅਸੀਂ ਸੰਸਾਰ ਨੂੰ ਸੱਚਾ ਜਾਣਾਂਗੇ, ਸੰਸਾਰ ਦੇ ਨਾਲ ਸਾਡਾ ਪ੍ਰੇਮ ਹੈ, ਮੋਹ ਹੈ, ਤਾਂ ਅਸੀਂ ਪਰਮਾਤਮਾ ਨੂੰ ਨਹੀਂ ਜਾਣ ਸਕਦੇ, ਕਿਉਂਕਿ ਪਰਮਾਤਮਾ ਦਿਸਦਾ ਨਹੀਂ, ਗੁਪਤ ਹੈ, ਔਰ ਸੰਸਾਰ ਦਿਸਦਾ ਹੈ। ਤੇ ਜਿਹੜਾ ਦਿਸਦਾ ਹੈ ਮਹਾਰਾਜ ਕਹਿੰਦੇ ਉਹ ਨਿਤਿਆ,
ਇਸ ਮਿਥਿਆ ਸੰਸਾਰ ਵਿੱਚ ਇੱਕ ਉਹ ਪਰਮੇਸ਼ਰ ਹੀ ਸੱਚ ਸਰੂਪ ਹੈ, ਉਸ ਨੂੰ ਹੀ ਤੂੰ ਸੱਚ ਜਾਣ। ਉਸ ਤੋਂ ਬਿਨਾਂ ਬਾਕੀ ਸਭ ਕੁਝ ਮਹਾਰਾਜ ਕਹਿੰਦੇ ਹੈ ਪਰ ਰਹੇਗਾ ਨਹੀਂ। ਇੱਕ ਉਹੀ ਹੈ ਜਿਹੜਾ ਸਦਾ ਰਹਿਣ ਵਾਲਾ। ਇਹ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਆ ਹੈ। ਕਹੋ ਨਾਨਕ ਸਾਚ ਵਿਚਾਰੋ, ਇਹ ਭਾਈ ਆਪਣੇ ਹਿਰਦੇ ਵਿੱਚ ਸੱਚ ਦੀ ਵਿਚਾਰ ਕਰ। ਸੱਚ ਤਾਂ ਪਰ ਜਾਣੀ ਹੈ, ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ, ਤਨ ਕਰੇ ਅੱਛਾ। ਆਪਣੇ ਅੰਦਰ ਸੱਚ ਦੀ ਵਿਚਾਰ ਕਰ, ਸੱਚ ਨੂੰ ਪਰਖ, ਸੱਚ ਨੂੰ ਦੇਖ, ਮੈਂ ਕਿੰਨਾ ਸੱਚ ਦੇ ਨਾਲ ਜੁੜਿਆ। ਸੱਚ ਹੈ ਗੁਰਬਾਣੀ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵਟ ਅਵਰ ਨਾ ਕੋਈ। ਜਦੋਂ ਬਾਣੀ ਨੂੰ ਆਪਣੇ ਹਿਰਦੇ ਵਿੱਚ ਲੈ ਕੇ ਜਾਵਾਂਗੇ, ਬਾਣੀ ਦੀ ਵਿਚਾਰ ਕਰਾਂਗੇ, ਤਾਂ ਜੋ ਸੱਚ ਤੇ ਝੂਠ ਦਾ ਨਿਰਣਾ ਹੋ ਜਾਵੇ, ਸੱਚ ਤੇ ਝੂਠ ਦੀ ਪਰਖ ਹੋ ਜਾਵੇ। ਸੱਚ ਹੈ ਪਰਮਾਤਮਾ। ਜਦੋਂ ਮਨ ਨੂੰ ਪਰਮਾਤਮਾ ਦੇ ਨਾਲ ਜੁੜਨਾ, ਪਰਮਾਤਮਾ ਦੇ ਨਾਲ ਮਿਲਣਾ ਭਾ ਗਿਆ, ਤੇ ਸਤਿਗੁਰੂ ਮਹਾਰਾਜ ਕਹਿੰਦੇ ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤੇ ਹਰ ਜਨ। ਫਿਰ ਪਰਮਾਤਮਾ ਨੂੰ ਜੀਵ ਜਾਣ ਲੈਂਦਾ ਹੈ, ਪਛਾਣ ਲੈਂਦਾ ਹੈ। ਸੱਚ ਦੀ ਵਿਚਾਰ ਕਰ। ਸਤਿਗੁਰੂ ਮਹਾਰਾਜ ਨੇ ਇਹ ਸਾਨੂੰ ਉਪਦੇਸ਼ ਬਖਸ਼ਿਆ, ਹਿਰਦੇ ਚ ਵਸਾਈਏ। ਸਤਿਗੁਰੂ ਸਾਹਿਬ ਸਾਰਿਆਂ ਤੇ ਕਿਰਪਾ ਕਰਨ। ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਮਾਫੀ ਬਖਸ਼ਦੇ ਅੱਗੇ ਵਾਸਤੇ ਸਮਰਥ ਬਖਸ਼ਦੇ। ਏਕੈ ਪ੍ਰਗਟ ਏਕੈ ਗੁਪਤਾ, ਏਕੈ ਤੁੰਦੂਕਾਰੋ, ਆਦ ਮਦ ਅੰਤ ਪ੍ਰਭ ਸੋਈ, ਕਹੋ ਨਾਨਕ ਸਾਚ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ